ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਟੂਡੇ 7 ਨਿਊਜ਼। ਡੀਜ਼ਲ ਅਤੇ ਸਿਲੰਡਰ ਦੀਆਂ ਕੀਮਤਾਂ ਨੂੰ ਲੈ ਕੇ ਐਮਐਲਏ ਸੰਜੇ ਤਲਵਾਰ ਵੱਲੋਂ ਲੁਧਿਆਣਾ ਦੇ ਸੁਭਾਸ਼ ਨਗਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੇ ਪੱਤਰਕਾਰ ਤਜਿੰਦਰ ਸਿੰਘ ਦੀ ਇਹ ਰਿਪੋਰਟ। ਸਾਡੇ ਬਹੁਤ ਹੀ ਸ਼ਲਾਘਾਯੋਗ ਐਮਐਲਏ ਸਾਹਿਬ ਜੋ ਏਰੀਏ ਦੇ ਬਹੁਤ ਨਰਿੰਦਰ ਮੋਦੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰੋ ਨਰਿੰਦਰ ਮੋਦੀ ਨਰਿੰਦਰ ਮੋਦੀ ਨਰਿੰਦਰ ਮੋਦੀ ਮੋਦੀ ਸਰਕਾਰ ਮੋਦੀ ਸਰਕਾਰ। ਇਹਨਾਂ ਦੀ ਇੰਨੀ ਮਾੜੀ ਸੋਚ, ਇੰਨੀ ਘਟੀਆ ਸੋਚ। ਔਰ ਤੇਲ ਦਾ ਦੇਖ ਲਓ ਕੀ ਹਾਲ ਕਰ ਦਿੱਤਾ ਇਹਨਾਂ ਨੇ। ਇਹ ਮੋਦੀ ਕਹਿੰਦਾ ਸੀਗਾ ਨਾ ਵੀ ਜਿਹੜੇ ਪੜ੍ਹੇ ਲਿਖੇ ਜਵਾਨ ਹੈਗੇ ਆ ਉਹ ਪਕੌੜੇ ਕੱਢਣ ਲੱਗ ਜਾਣ ਤੇ ਪਕੌੜੇ ਵੇਚਣ ਲੱਗ ਜਾਣ। ਦੱਸੋ ਉਹ ਕੀ ਕਰਨਗੇ? 160 ਰੁਪਏ ਕਿਲੋ ਦਾ ਤੇਲ ਹੋ ਗਿਆ ਔਰ ਪਕੌੜੇ ਖਾਊਗਾ ਕੌਣ? ਲੋਕਡਾਊਨ ਪਿਆ ਬੰਦ, ਕੰਮ ਰੁਜ਼ਗਾਰ ਕੋਈ ਲੋਕਾਂ ਦੇ ਹੈ ਨਹੀਂ ਗੇ। ਇਹ ਜਿਹੜੀ ਮੋਦੀ ਸਰਕਾਰ ਆ ਆਪਣੀ ਮਨਮਰਜ਼ੀ ਕਰ ਰਹੀ ਹੈਗੀ ਆ। ਆਪਾਂ ਸਾਰੇ ਤਕੜੇ ਹੋ ਕੇ ਹੰਭਲਾ ਮਾਰੀਏ, ਇਹਨੂੰ ਪੂੰਝਾ ਮਾਰ ਦਈਏ ਇੱਕਦਮ ਹੀ। ਜਿੱਦਾਂ ਨਾ ਆਪਾਂ ਬਲੈਕ ਬੋਰਡ ਤੇ ਲਿਖ ਦਿੰਦੇ ਕੋਈ ਸ਼ਬਦ ਲਿਖ ਦਿੰਦੇ ਸਕੂਲਾਂ 'ਚ ਪੜ੍ਹਦੇ ਸੀ ਨਾ, ਉਹ ਇੱਕਦਮ ਪੂੰਝਾ ਮਾਰ ਦਿੰਦੇ ਸੀਗੇ, ਬਿਲਕੁਲ ਬਲੈਕ ਬੋਰਡ ਸਾਫ਼ ਕਰਕੇ ਰੱਖ ਦਿੰਦੇ ਸੀਗੇ। ਆਪਾਂ ਸਾਰੇ ਤਕੜੇ ਹੋ ਕੇ ਇਹਨਾਂ ਨੂੰ ਬਿਲਕੁਲ ਪੂੰਝਾ ਮਾਰ ਦਈਏ, ਇਹਨਾਂ ਦਾ ਬਿਲਕੁਲ ਬਲੈਕ ਬੋਰਡ ਜਿਹੜਾ ਸਾਫ਼ ਕਰਕੇ ਰੱਖ ਦਈਏ। ਜਿਹੜੀ ਕਿ ਸਰਕਾਰ ਵੀ ਸਾਡੀ ਸੈਂਟਰ ਦੇ ਵਿੱਚ ਵੀ ਜਿਹੜੀ ਸਾਡੀ ਸਰਕਾਰ ਕਾਂਗਰਸ ਦੀ ਆਏਗੀ ਔਰ ਜਦੋਂ ਸਰਕਾਰਾਂ ਸੈਂਟਰ ਦੇ ਵਿੱਚ ਕਾਂਗਰਸ ਦੀਆਂ ਆਈਆਂ ਉਦੋਂ ਵਪਾਰ ਵਧੇ ਆ, ਵਪਾਰ ਖੁੱਲੇ ਹੈਗੇ ਆ। ਔਰ ਅੱਜ ਦਾ ਸਮਾਂ ਤੁਸੀਂ ਦੇਖ ਲਓ ਕਈਆਂ ਘਰਾਂ ਦੇ ਵਿੱਚ ਅੱਜ ਦੇ ਸਮੇਂ 'ਚ ਰੋਟੀ ਨਹੀਂ ਬਣ ਰਹੀ ਹੈਗੀ। ਜਿਹੜਾ ਅੱਜ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਪੈਟਰੋਲ ਡੀਜ਼ਲਾਂ ਦੀ ਕੀਮਤਾਂ ਨੂੰ ਲੈ ਕੇ, ਤੇ ਸਰ ਇੱਕ ਦੇਖਿਆ ਜਾਵੇ ਤਾਂ ਮੌਜੂਦਾ ਸਰਕਾਰ ਕਾਂਗਰਸ ਦੀ ਅਗਰ ਚਾਹਵੇ ਕਾਂਗਰਸ ਸਰਕਾਰ ਤਾਂ ਆਪਣਾ ਟੈਕਸ ਛੱਡ ਕੇ ਪੰਜਾਬ ਦੇ ਵਾਸੀਆਂ ਨੂੰ ਵੀ ਰਾਹਤ ਦੇ ਸਕਦੀ ਹੈ। ਉਹਦੇ ਲਈ ਕੀ ਕਿਹਾ? ਮੈਨੂੰ ਪਤਾ ਸੀਗਾ ਕਿ ਜਦੋਂ ਅਸੀਂ ਐਜੀਟੇਸ਼ਨ ਕਰਾਂਗੇ ਕੁਐਸਚਨ ਸਾਡੇ ਸਾਹਮਣੇ ਆਏਗਾ। ਸਭ ਤੋਂ ਪਹਿਲਾਂ ਦੇਖੋ ਜਿਹੜੀ ਸੈਂਟਰ ਗਵਰਨਮੈਂਟ ਹੁੰਦੀ ਹੈ ਇਟਸ ਲਾਈਕ ਏ ਫਾਦਰ ਫਿਗਰ। ਇਹਦਾ ਰੋਲ ਹੁੰਦਾ ਸਟੇਟ ਦੇ ਉੱਤੇ ਬਾਪ ਦਾ ਰੋਲ ਹੁੰਦਾ। ਤੁਸੀਂ ਸਾਰੇ ਜਾਣਦੇ ਹੋ ਜਿਹੜਾ ਇਹ ਐਜੀਟੇਸ਼ਨ ਹੈ ਇਹ ਕਾਂਗਰਸ ਪਾਰਟੀ ਦਾ ਕੋਈ ਪਰਸਨਲ ਏਜੰਡਾ ਨਹੀਂ ਹੈ। ਇਹ ਹਿੰਦੁਸਤਾਨ ਦੇ ਲੋਕਾਂ ਵਾਸਤੇ ਐਜੀਟੇਸ਼ਨ ਕੀਤੀ ਜਾ ਰਹੀ ਹੈ। ਅਗਰ ਮਹਿੰਗਾਈ ਹੈ ਤੇ ਪੂਰੇ ਹਿੰਦੁਸਤਾਨ 'ਚ ਹੈ, ਕਿਸੇ ਕਾਂਗਰਸੀ ਦੇ ਘਰ 'ਚ ਨਹੀਂ ਹੈ। ਜੇ ਆਪਾਂ ਕੰਪੈਰੀਜ਼ਨ ਕਰੀਏ ਜਦੋਂ 2013 ਡਾਕਟਰ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਸੀਗੇ, ਜਿਹੜਾ ਕੱਚਾ ਤੇਲ ਸੀਗਾ ਉਹ 101 ਰੁਪਏ ਸੀਗਾ ਔਰ ਜਿਹੜਾ ਪੈਟਰੋਲ ਸੀਗਾ ਉਹ 66 ਰੁਪਏ ਸੀਗਾ ਔਰ ਡੀਜ਼ਲ 50 ਰੁਪਏ ਸੀਗਾ। ਅੱਜ ਜਿਹੜਾ ਕੱਚਾ ਤੇਲ ਹੈ ਉਹ 76 ਰੁਪਏ ਹੈ ਔਰ ਜਿਹੜਾ ਪੈਟਰੋਲ ਹੈ ਉਹ 99 ਰੁਪਏ ਔਰ ਡੀਜ਼ਲ ਜਿਹੜਾ ਵਾ 99 ਰੁਪਏ ਹੈ। ਸੋ ਜਿਹੜੇ ਤੁਹਾਡਾ ਚਾਹੇ ਰਿਫਾਈਨਡ ਹੈ, ਚਾਹੇ ਤੇਲ ਸਰਸੋਂ ਦਾ ਤੇਲ ਹੈ, ਚਾਹੇ ਦਾਲ ਦੇ ਰੇਟ ਹੈ 3% ਤੋਂ ਲੈ ਕੇ 42% ਤੱਕ ਰੇਟ ਵੱਧ ਗਏ। 1 ਜਨਵਰੀ ਨੂੰ ਸਾਡਾ ਜਿਹੜਾ ਸਿਲੰਡਰ ਦਾ ਰੇਟ ਸੀਗਾ ਅਰਾਊਂਡ 700 ਸੀਗਾ, ਅੱਜ ਉਹ 6 ਮਹੀਨੇ ਬਾਅਦ ਉਹਦਾ ਰੇਟ 834 ਰੁਪਏ ਹੈ। ਕੁਝ ਚੀਜ਼ਾਂ ਜਿਹੜੀਆਂ ਠੀਕ ਹੈ ਸਟੇਟ ਗਵਰਨਮੈਂਟ ਦੇ ਵੀ ਇਹਦੇ 'ਚ ਰੋਲ ਹੋਣਗੇ। ਸਾਡੀ ਕੈਬਨਿਟ ਦੇ ਵਿੱਚ ਇਹ ਇਸ਼ੂ ਆਲਰੇਡੀ ਰੇਜ਼ ਹੋ ਚੁੱਕਿਆ ਹੈ ਔਰ ਪੰਜਾਬ ਸਰਕਾਰ ਜਿੰਨਾ ਕਿ ਇਹਦੇ 'ਤੇ ਮਦਦ ਕਰ ਸਕਦੀ ਹੈ ਉਹ ਕਰੇਗੀ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੈਂ ਸਰਕਾਰ ਦਾ ਪਾਰਟ ਹਾਂ ਔਰ ਇਸ ਵਾਸਤੇ ਵੀ ਅਸੀਂ ਗੱਲ ਚੱਕਾਂਗੇ। ਬਟ ਜਿਹੜੀ ਇਹ ਇੰਨਾ ਵੱਡਾ ਫਰਕ ਹੈ ਦੇਖੋ, ਇੱਕ ਤਾਂ ਕਰੋਨਾ ਕਰਕੇ ਲੋਕਾਂ ਦੇ ਕੰਮਕਾਰ ਵੈਸੇ ਹੀ ਹੈ ਨਹੀਂਗੇ, ਨਾ ਬਿਜ਼ਨਸ ਹੈ ਨਾ ਇੰਪਲਾਇਮੈਂਟ ਹੈ, ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੈ। ਦੂਸਰਾ ਇਸ਼ੂ ਸਾਡੇ ਜਿਹੜੇ ਫਾਰਮਰਸ ਹੈ, ਜਿਹੜੇ ਅੰਨਦਾਤਾ ਨੇ, ਉਹ ਸੜਕਾਂ ਤੇ ਬੈਠੇ ਆ ਕਾਫੀ ਲੰਬਾ ਸਮਾਂ ਹੋ ਗਿਆ। ਤੀਸਰੀ ਜਿਹੜੀ ਚੀਜ਼ ਹੈ ਕੀ ਆ, ਚਾਹੇ ਪੈਟਰੋਲ ਡੀਜ਼ਲ ਦੀ ਗੱਲ ਕਰ ਲਈਏ, ਚਾਹੇ ਖਾਣ ਵਾਲੀਆਂ ਵਸਤੂਆਂ ਦੀ ਗੱਲ ਕਰ ਲਈਏ, ਚਾਹੇ ਸਿਲੰਡਰ ਦੀ ਗੱਲ ਕਰ ਲਈਏ, ਇਹਦੇ ਰੇਟ ਜਿਹੜੇ ਆ ਆਸਮਾਨ ਨੂੰ ਛੂਹਣ ਲੱਗ ਗਏ। ਜਦੋਂ ਮੋਦੀ ਸਾਹਿਬ ਨੇ ਮੈਂਡੇਟ ਲਿੱਤਾ ਸੀਗਾ ਤੇ ਉਦੋਂ ਕਾਂਗਰਸ ਸਰਕਾਰ ਦੇ ਵਿਰੁੱਧ ਉਹ ਬੋਲਦੇ ਹੁੰਦੇ ਸੀਗੇ ਕਿ ਸਿਲੰਡਰ ਲੈ ਕੇ ਸਮ੍ਰਿਤੀ ਇਰਾਨੀ ਜੀ ਬੜਾ ਸ਼ੋਰ ਪਾਉਂਦੇ ਸੀਗੇ ਔਰ ਬੜੀਆਂ ਵੱਡੀਆਂ ਗੱਲਾਂ, 15 ਲੱਖ ਰੁਪਏ ਹਰ ਅਕਾਊਂਟ 'ਚ ਆਉਣਾ ਵਾ, ਅਸੀਂ ਇਹਨੂੰ ਸਵਿਟਜ਼ਰਲੈਂਡ ਬਣਾ ਦੇਂਗੇ। ਅੱਜ ਕੀ ਕਰ ਰਹੇ ਆ? ਮਤਲਬ ਜਿਹੜਾ ਇੱਕ ਸਰਕਾਰ ਬਣਦੀ ਹੈ ਲੋਕਾਂ ਦੁਆਰਾ, ਲੋਕਾਂ ਦੇ ਵਾਸਤੇ, ਲੇਕਿਨ ਇਹ ਜਿਹੜਾ ਹਾਲ ਹੈ ਇੱਕ ਹੰਕਾਰੀ ਰਾਜਾ, ਇੱਕ ਡਿਕਟੇਟਰਸ਼ਿਪ ਚੱਲ ਰਹੀ ਹੈ ਹਿੰਦੁਸਤਾਨ ਦੇ ਵਿੱਚ, ਜਿਹਦੇ 'ਚੋਂ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਹੈ ਔਰ ਹਰ ਜਗ੍ਹਾ 'ਤੇ ਆਪਣੀ ਮਨਮਰਜ਼ੀ ਕਰ ਰਿਹਾ। ਔਰ ਇਹ ਜਿਹੜਾ ਧਰਨਾ ਲਗਾਇਆ ਗਿਆ ਇਹਦਾ ਸਿਰਫ ਤਾਂ ਸਿਰਫ ਉਦੇਸ਼ ਇੱਕੋ ਹੀ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਤਾਂ ਕਿ ਜਦੋਂ ਪਬਲਿਕ ਖੜੀ ਹੋਏਗੀ ਸਰਕਾਰ ਨੂੰ ਇਹਦੇ 'ਤੇ ਦੁਬਾਰਾ ਸੋਚਣਾ ਪਏਗਾ, ਸਰਕਾਰ ਨੂੰ ਇਹਦੇ 'ਤੇ ਕੰਟਰੋਲ ਕਰਨਾ ਪਏਗਾ ਔਰ ਸਰਕਾਰ ਨੂੰ ਸਮਝਣਾ ਪਏਗਾ ਕਿ ਇਹ ਜਿਹੜਾ ਮੈਂਡੇਟ ਮਿਲਿਆ ਲੋਕਾਂ ਦੀ ਮਦਦ ਵਾਸਤੇ ਮਿਲਿਆ, ਲੋਕਾਂ ਨੂੰ ਜਾਣਨ ਵਾਸਤੇ ਨਹੀਂ ਮਿਲਿਆ। ਦੇਖਿਆ ਪੰਜਾਬ ਸਰਕਾਰ ਵੀ ਕੁਝ ਚਾਹਵੇ ਤਾਂ ਥੋੜਾ ਬਹੁਤਾ ਕੋਈ ਨਾ ਕੋਈ ਰਾਹਤ ਦੇ ਸਕਦੀ ਸੀ। ਅਗਰ ਕੇਂਦਰ ਸਰਕਾਰ ਨਹੀਂ ਦੇ ਰਹੀ ਤੇ ਆਪਣਾ ਟੈਕਸ ਦੇ ਵਿੱਚੋਂ ਕੁਝ ਡਿਸਕਾਊਂਟ ਕਰਕੇ ਪੈਟਰੋਲ ਦਾ ਰੇਟ ਘਟਵਾ ਸਕਦੀ।
ਪੰਜਾਬ ਸਰਕਾਰ ਜ਼ਰੂਰ ਕਰੇਗੀ। ਸਾਡੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਆਲਰੇਡੀ ਸਾਡੀ ਗੱਲ ਹੋ ਚੁੱਕੀ ਹੈ ਔਰ ਆਉਣ ਵਾਲੀ ਕੈਬਨਿਟ ਦੇ ਵਿੱਚ ਮੇਰਾ ਖਿਆਲ ਹੈ ਇਸ ਮੁੱਦੇ ਤੇ ਡਿਸਕਸ਼ਨ ਵੀ ਹੋਏਗੀ। ਜੋ ਪੰਜਾਬ ਸਰਕਾਰ ਵੱਧ ਤੋਂ ਵੱਧ ਮਦਦ ਕਰ ਸਕਦੀ ਹੋਗੀ ਜ਼ਰੂਰ ਕਰੇਗੀ। ਤਾਂ ਸੀਐਮ ਸਾਹਿਬ ਨੇ ਇੱਕ ਵਾਅਦੇ ਕੀਤੇ ਸੀ ਹਰ ਘਰ 'ਚ ਨੌਕਰੀ ਦਿੱਤੀ ਜਾਊਗੀ, ਉਹ ਕਦੋਂ ਤੱਕ ਦਿੱਤੀਆਂ ਜਾਣਗੀਆਂ ਲੋਕਾਂ ਨੂੰ? ਦੇਖੋ, ਜਿਹੜਾ ਨੌਕਰੀ ਦੀ ਗੱਲ ਹੈ, ਸੀਐਮ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀਗਾ, ਅਸੀਂ ਫੋਨ ਦੇਣ ਦਾ ਵੀ ਵਾਅਦਾ ਕੀਤਾ ਸੀਗਾ, ਅਸੀਂ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀਗਾ, ਲੇਕਿਨ ਅਸੀਂ ਜਿੰਨੇ ਵੀ ਸਾਡੇ ਵਾਅਦੇ ਆ, ਚਾਹੇ ਨੌਕਰੀਆਂ ਦੇ ਚਾਹੇ ਫੋਨ ਦੇ ਆ, ਮੈਕਸਿਮਮ ਅਸੀਂ ਉਹ ਪੂਰੇ ਕਰ ਚੁੱਕੇ ਹਾਂ। ਅਗਰ ਜਿਹੜਾ ਉਹਦਾ ਕੁਝ ਪਾਰਟ ਰਹਿ ਗਿਆ ਆਉਣ ਵਾਲੇ 2-3 ਮਹੀਨੇ 'ਚ ਅਸੀਂ ਪੂਰਾ ਕਰ ਦਿਆਂਗੇ। ਪੂਰੇ ਸਰ ਕਿਸ ਤਰ੍ਹਾਂ ਕੀ ਕੀਤੇ ਗਏ ਆ? ਜਿਹੜੇ ਐਮਐਲਏ ਦੇ ਬੱਚਿਆਂ ਨੂੰ ਵੀ ਨੌਕਰੀਆਂ ਦੇ ਕੇ ਪੂਰੇ ਕੀਤੇ ਗਏ ਨੇ ਵਾਅਦੇ? ਦੇਖੋ, ਜਿਹੜੇ ਐਮਐਲਏ ਦੇ ਬੱਚਿਆਂ ਨੂੰ ਨੌਕਰੀਆਂ ਮਿਲੀਆਂ, ਜਿੱਥੇ ਸਾਡੇ ਰਕੇਸ਼ ਪਾਂਡੇ ਜੀ ਹੈ ਜਾਂ ਬਾਜਵਾ ਜੀ ਹੈ, ਬਾਜਵਾ ਜੀ ਦਾ ਆਲਰੇਡੀ ਕੁਇਟ ਕਰ ਚੁੱਕੇ ਹੈ ਕਿ ਉਹਨਾਂ ਦਾ ਬੱਚਾ ਨੌਕਰੀ ਨਹੀਂ ਕਰੇਗਾ। ਜਿੱਥੇ ਪਾਂਡੇ ਸਾਹਿਬ ਦੀ ਸਵਾਲ ਹੈ, ਸਾਰੇ ਤੁਸੀਂ ਲੁਧਿਆਣੇ ਦੇ ਲੋਕ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਜੋਗਿੰਦਰਪਾਲ ਪਾਂਡੇ ਜੀ ਜਿਨ੍ਹਾਂ ਨੇ ਆਪਣੀ ਸ਼ਹੀਦੀ ਦਿੱਤੀ ਸੀ ਪੰਜਾਬ ਦੀ ਸ਼ਾਂਤੀ ਵਾਸਤੇ, ਹਿੰਦੁਸਤਾਨ ਦੀ ਏਕਤਾ ਦੇ ਅਖੰਡਤਾ ਵਾਸਤੇ। ਇੱਕ ਅਗਰ ਕੋਈ ਇਹੋ ਜਿਹੀ ਸਰਕਾਰ ਦੇ ਵਿੱਚ ਕੁਝ ਇਹੋ ਜਿਹੀ ਪਾਲਿਸੀ ਹੈ ਤੇ ਉਹਦੇ ਵਿੱਚ ਅਗਰ ਕਿਸੇ ਐਮਐਲਏ ਦੇ ਬੇਟੇ ਨੂੰ ਜਾਂ ਨੌਕਰੀ ਮਿਲ ਗਈ, ਅਗਰ ਕਿਸੇ ਆਮ ਬੰਦੇ ਦੇ ਬੱਚੇ ਨੂੰ ਨੌਕਰੀ ਮਿਲਦੀ ਹੈ ਤੇ ਉਹ ਜਸਟੀਫਾਈਡ ਹੈ। ਅਗਰ ਉਹ ਐਮਐਲਏ ਦੇ ਮੁੰਡੇ ਨੂੰ ਮਿਲਦੀ ਹੈ ਤੇ ਉਹ ਕਿਉਂ ਨਹੀਂ ਜਸਟੀਫਾਈਡ ਹੋ ਸਕਦੀ? ਬਾਕੀ ਅਗਰ ਕਿਸੇ ਨੇ ਇਸ ਗੱਲ ਦੇ ਵਿੱਚ ਗਹਿਰਾਈ 'ਚ ਜਾਣਾ ਚਾਹੁੰਦੇ ਆ ਤੇ ਸੀਐਮ ਸਾਹਿਬ ਨੇ ਇੱਕ ਅਨਾਉਂਸਮੈਂਟ ਕੀਤੀ ਸੀ, ਅਗਰ ਕਿਸੇ ਵੀ ਪਾਰਟੀ ਦਾ ਐਮਐਲਏ, ਕਿਸੇ ਵੀ ਪਾਰਟੀ ਦੇ ਲੀਡਰ ਸਾਹਿਬਾਨ, ਅਗਰ ਉਹਨਾਂ ਦੇ ਪਰਿਵਾਰਾਂ 'ਚ ਵੀ ਕੁਝ ਇਹੋ ਜਿਹਾ ਦੁਖਾਂਤ ਹੋਇਆ ਤੇ ਉਹਨਾਂ ਨੂੰ ਨੌਕਰੀ ਦੇਣ ਨੂੰ ਤਿਆਰ ਨੇ ਔਰ ਪਬਲਿਕ ਦੇ ਵਿੱਚ ਵੀ ਕੁਝ ਇਹੋ ਜਿਹਾ ਕੁਝ ਮੈਸੇਜ ਗਿਆ ਤੇ ਉਹਦੇ ਵਾਸਤੇ ਕਰਨ ਨੂੰ ਤਿਆਰ ਸਕੀਮ ਦੇ ਨਾਲ ਕੁਝ ਵਾਅਦੇ ਕੀਤੇ ਗਏ, ਉਹ ਵੀ ਵਾਅਦੇ ਨਹੀਂ ਪੂਰੇ ਕੀਤੇ। ਦੇਖੋ, ਅਸੀਂ ਪੈਨਸ਼ਨ ਜਿਹੜੀ ਹੈ 1500 ਰੁਪਏ ਕਰਤੀ, ਜਿਹੜੀ ਸਟਾਰਟ ਹੋ ਗਈ। ਵੋਟਾਂ ਦੇ ਨਜ਼ਦੀਕ ਆਉਣ ਕਰਕੇ ਕੀਤੀ ਗਈ ਹੈ ਜੀ ਇਹਦੀ। ਦੇਖੋ, ਜੋ ਵੀ ਕੈਪਟਨ ਸਾਹਿਬ ਨੇ ਅਨਾਉਂਸ ਕੀਤਾ ਸੀਗਾ, ਇਹ ਉਹਨਾਂ ਨੇ ਇਹ ਨਹੀਂ ਕਿਹਾ ਸੀ ਮੈਂ ਸੀਐਮ ਬੰਦੇ ਅਗਲੇ 1 ਘੰਟੇ 'ਚ ਹੀ ਸਾਰਾ ਕੁਝ ਕਰ ਦਿਆਂਗਾ। ਸਾਡੇ ਸਰਕਾਰਾਂ ਕੋਲ 5 ਸਾਲ ਦਾ ਸਮਾਂ ਹੁੰਦਾ ਹੈ ਔਰ 5 ਸਾਲ ਦੇ ਸਮੇਂ 'ਚ ਹੀ ਚੀਜ਼ਾਂ ਪੂਰੀਆਂ ਕਰਨੀਆਂ ਹੁੰਦੀਆਂ। ਕਾਫੀ ਕੁਝ ਪੂਰਾ ਹੋ ਗਿਆ, ਕੁਝ ਰਹਿੰਦਾ ਹੋਏਗਾ, ਅਗਲੇ 2-3 ਮਹੀਨੇ 'ਚ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਕਰ ਦਿੱਤਾ ਜਾਊਗੇ, ਹੁਣ ਤੱਕ 5 ਸਾਲ ਮੁਕਤ ਨਹੀਂ ਹੋਇਆ ਪੰਜਾਬ। ਦੇਖੋ, ਅਗਰ ਤੁਸੀਂ ਇਹ ਗੱਲ ਸਮਝਦੇ ਹੋ ਸਾਰੇ ਜਿਹੜੇ, ਦੇਖੋ ਮਤਲਬ ਇੱਕ ਨੋਰਮਲ ਪੰਜਾਬੀ ਹੋ ਕੇ ਆਪਾਂ ਇਹ ਗੱਲ ਡਿਸਕਸ ਕਰੀਏ, ਨੋਟ ਐਜ਼ ਏ ਪੋਲੀਟੀਕਲ, ਐਜ਼ ਏ ਜਰਨਲਿਸਟ, ਕਿ ਜਿਹੜੀ ਨਸ਼ੇ ਦੀ ਪਾਈਪਲਾਈਨ ਸੀਗੀ, ਜਿੱਥੋਂ ਨਸ਼ਾ ਸਪਲਾਈ ਹੁੰਦਾ ਸੀਗਾ, ਉਹ ਪਾਈਪਲਾਈਨ ਬ੍ਰੇਕ ਹੋ ਚੁੱਕੀ ਹੈ। ਬਟ ਇਹ ਹੈ ਵੀ ਇੱਕ ਚੀਜ਼ ਨੂੰ ਅਗਰ ਜੜ ਤੋਂ ਕਰਨਾ, ਇਟ ਵਿਲ ਟੇਕ ਟਾਈਮ, ਉਹਨੂੰ ਸਮਾਂ ਲੱਗਦਾ ਹੈ। ਜੋ ਤੱਕ ਇਹ ਅਵੇਅਰਨੈਸ ਸਾਡੇ ਸਮਾਜ 'ਚ, ਸਾਡੀ ਪਬਲਿਕ 'ਚ ਨਹੀਂ ਆਉਂਦੀ, ਸਾਡੇ ਪਰਿਵਾਰ ਜਾਗਰੂਕ ਨਹੀਂ ਹੋਣਗੇ, ਇਹ ਚੀਜ਼ ਜੜ ਤੋਂ ਖਤਮ ਕਰਨੀ ਔਖੀ ਹੈ। ਔਰ ਅਸੀਂ ਵੀ ਅਪੀਲ ਕਰਦੇ ਹਾਂ, ਮੈਂ ਮੇਰੇ ਸਾਰੇ ਕੌਂਸਲਰ ਸਾਹਿਬਾਨ, ਅਗਰ ਕਿਸੇ ਨੂੰ ਵੀ ਸਾਡੇ ਇਲਾਕੇ 'ਚ, ਸਾਡੇ ਵਾਰਡ 'ਚ ਅਗਰ ਕੋਈ ਬੰਦਾ ਨਸ਼ਾ ਵੇਚਦਾ, ਉਹ ਕੋਈ ਉਹਨਾਂ ਨੂੰ ਪਤਾ ਲੱਗਦਾ, ਸਾਨੂੰ ਇਨਫੋਰਮੇਸ਼ਨ ਪਾਸ ਔਨ ਕਰੋ, ਅਗਲੇ ਮਿੰਟ 'ਚ ਉਹ 'ਤੇ ਕਾਰਵਾਈ ਹੋਏਗੀ। ਸਰ, ਇਸ ਤਰ੍ਹਾਂ ਹੁਣ ਆਪਣੇ ਸਿੱਧੂ ਸਾਹਿਬ ਦਾ ਜਾਂ ਕੈਪਟਨ ਸਾਹਿਬ ਦੇ ਵਿੱਚ ਕੋਈ ਸ਼ੀਤ ਲਹਿਰ ਚੱਲ ਰਹੀ ਹੈ, ਦੇਖ, ਉਹ ਹਾਈ ਲੈਵਲ ਤੇ ਹੈ, ਲੋਕਲ ਲੈਵਲ ਤੇ ਵੱਜਣ ਦੀ ਵੀ ਚਾਂਸ ਹੋਇਆ ਸੀ। ਦੋਨੇ ਲੈਵਲ ਤੇ ਪਾਰਟੀ ਤੋਂ ਬਾੜ ਹੁੰਦੀ ਨਜ਼ਰ ਆ ਰਹੀ ਹੈ। ਕੀ ਤੁਹਾਨੂੰ ਯਕੀਨ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿੱਤ ਪਾਓਗੇ? ਮੇਰਾ ਇਹੋ ਜਿਹਾ ਇਸ਼ੂ ਹੋਇਆ ਨਹੀਂ। 3-4 ਦਿਨ ਪਹਿਲਾਂ ਸੰਜੇ ਤਲਵਾਰ ਦੇ ਮੈਂਬਰਾਂ ਦੇ ਵੱਲੋਂ ਜਿਹੜੀ ਕਾਂਗਰਸ ਤੇ ਕਾਂਗਰਸੀਆਂ ਦੀ ਆਪਸ ਵਿੱਚ ਬੈਠ ਕੇ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਮੇਰੀ ਨੌਲੇਜ ਮੈਂ ਕੋਈ ਪ੍ਰੈਸ ਕਾਨਫਰੰਸ ਤਾਂ ਕੀਤੀ ਨਹੀਂ। ਸਰ ਤੁਹਾਡੇ ਇੱਕ ਦੀ ਲੜਾਈ ਹੋਈ ਹੈ ਜੀ, ਚਲੋ ਐ ਨਹੀਂ ਹੋ ਸੰਜੇ ਤਲਵਾਰ ਦੇ ਮੈਂਬਰਾਂ ਵੱਲੋਂ ਹੀ ਹੋਈ ਹੈ। ਚਲੋ ਮੈਨੂੰ ਇਹਦੇ ਬਾਰੇ ਪਤਾ ਨਹੀਂ। ਨੰਬਰ 7 ਦੇ ਵਿੱਚ ਹੀ ਹੋਈ ਹੈ। ਚਲੋ ਐ ਨਹੀਂ ਹੋ, ਅਗਰ ਕੁਝ ਇਹੋ ਜਿਹਾ ਇਸ਼ੂ ਹੋਇਆ ਤੇ ਅਸੀਂ, ਸਾਡਾ ਇੱਕ, ਦੇਖੋ ਕਾਂਗਰਸ ਪਾਰਟੀ ਇੱਕ ਬਹੁਤ ਬੜਾ ਪਰਿਵਾਰ ਹੈ। ਪਰਿਵਾਰ ਦੇ ਵਿੱਚ ਕਿਤੇ ਜਿਵੇਂ ਭਾਂਡੇ ਹੁੰਦੇ ਆ, ਥੋੜ੍ਹੇ ਖੜਕਦੇ ਆ, ਬਟ ਬੀਇੰਗ ਏ ਹੈਡ, ਬੀਇੰਗ ਏ ਐਮਐਲਏ, ਮੇਰੀ ਜ਼ਿੰਮੇਵਾਰੀ ਬਣਦੀ ਹੈ ਮੈਂ ਪਰਿਵਾਰ ਨੂੰ ਇਕੱਠਾ ਕਰਕੇ ਰੱਖਾਂ। ਔਰ ਨੋ ਨੀਡ ਟੂ ਵਰੀ, ਅਗਰ ਕੁਝ ਇਹੋ ਜਿਹਾ ਹੋਇਆ ਆਈ ਵਿਲ ਸੌਰਟ ਇਟ ਆਊਟ, ਮੈਂ ਉਹਨੂੰ ਠੀਕ ਕਰਾਂਗਾ, ਮੇਰੀ ਜ਼ਿੰਮੇਵਾਰੀ ਹੈ। ਔਰ ਜਿਹੜਾ ਰਹਿ ਗਿਆ ਸਿੱਧੂ ਸਾਹਿਬ ਦਾ, ਕੈਪਟਨ ਸਾਹਿਬ ਦਾ ਵੀ ਕੋਈ ਡਿਫਰੈਂਸ ਓਪੀਨੀਅਨ ਹਰ ਜਗ੍ਹਾ, ਅਸੀਂ ਇਹਦੇ ਨੂੰ ਇਹਦੇ ਪਰਿਵਾਰ ਬੈਠੇ ਹਾਂ, ਹਰ ਬੰਦੇ ਦੇ ਵਿਚਾਰ ਆਪਣੇ, ਪਰ ਸਭ ਦਾ ਏਜੰਡਾ ਇੱਕ ਹੀ ਹੈ, ਸਾਰੇ ਦੇ ਆਲ ਆਰ ਕਾਂਗਰਸਮੈਨ, ਦੇ ਆਲ ਆਰ ਯੂਨਾਈਟਿਡ। ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਕਿ ਜਿਨ੍ਹਾਂ ਨੇ, ਚਾਹੇ ਉਹ ਆਪਾਂ ਕਹਿ ਦਈਏ ਨਸ਼ੇ ਦੇ ਸੁਦਾਗਰ ਅਕਾਲੀ ਦਲ, ਚਾਹੇ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਨੁਕਸਾਨ ਕਰਨਾ ਚਾਹੁੰਦੀ ਹੈ,
ਹੈ। ਸਾਰੀ ਕਾਂਗਰਸ ਇਸ ਮੁੱਦੇ ਤੇ ਇਕੱਠੀ ਹੈ ਕਿ ਇਹ ਲੋਕ ਦੁਆਰਾ ਪੰਜਾਬ 'ਚ ਨਹੀਂ ਆਉਣ। ਸਰ ਇੱਕ ਮੇਰਾ ਲਾਸਟ ਸਵਾਲ ਹੈ, ਤੋਂ ਜਾਂਦਾ ਰੋਡ ਤੇ ਪਤਾ ਨਹੀਂ ਫੜ ਕੇ ਬਹੁਤ ਚਲਾਨ ਕੱਟਦੇ ਨੇ। ਤੁਹਾਡੀ ਇਸ ਸਭਾ ਦੇ ਵਿੱਚ ਸੋਸ਼ਲ ਡਿਸਟੈਂਸ ਦੀਆਂ ਸ਼ਰੇਆਮ ਢਾਈਆਂ ਤੁਹਾਡੇ ਕਿਸੇ ਵਾਰ ਨਹੀਂ ਪਾਇਆ, ਇਹਦੇ ਬਾਰੇ ਤੁਹਾਡੀ ਦੇਖੋ ਮੀਡੀਆ ਵਾਲਿਆਂ ਨੇ ਨਹੀਂ ਪਾਇਆ ਕੋਈ ਗੱਲ ਨਹੀਂ। ਇਹ ਜਿਹੜਾ ਇਹ ਕੁਐਸਚਨ ਹੈ ਬੜਾ ਨੈਚੁਰਲ ਸੁਭਾਵਿਕ ਹੈ। ਦੇਖੋ ਸਾਡੀਆਂ ਜ਼ਿੰਮੇਵਾਰੀਆਂ ਨੇ, ਸਮਾਜ ਸਾਡੇ ਵੱਲ ਦੇਖਦਾ ਹੈ, ਤੁਹਾਡੇ ਕੁਐਸਚਨ ਕਰਨਾ ਜਾਇਜ਼ ਹੈ। ਬਟ ਜਦੋਂ ਤੁਸੀਂ ਮੈਨੂੰ ਕਿਹਾ ਵੀ ਬੋਲਣ ਵਾਸਤੇ, ਅਗਰ ਮੈਂ ਮਾਸਕ ਪਾ ਲਾਂਗਾ ਤੇ ਮੇਰੇ ਤੋਂ ਬੋਲਿਆ ਨਹੀਂ ਜਾਣਾ। ਸੋ ਇਸ ਕਰਕੇ ਔਰ ਜਿਹੜੇ ਸਾਡੇ ਸਾਰੇ ਜਿਹੜੇ ਕੌਂਸਲਰ ਸਾਹਿਬਾਨ ਬੈਠੇ ਆ, ਸਾਡੇ ਵਰਕਰ ਬੈਠੇ ਆ, ਸਭ ਨੇ ਬਾਈਟਸ ਵੀ ਦੇਣੀਆਂ, ਸਪੀਚਾਂ ਵੀ ਕਰਨੀਆਂ। ਸੋ ਕਿਤੇ ਰਹਿ ਵੀ ਜਾਂਦਾ, ਬਟ ਇਹ ਆ ਵੀ ਅਸੀਂ ਇਹਦਾ ਖਿਆਲ ਰੱਖਾਂਗੇ। ਸਰ ਥੈਂਕ ਇੱਕ ਯੂ। ਲਾਸਟ ਕੁਐਸਚਨ, ਜਿਹੜਾ ਦੇਖਿਆ ਬਿਜਲੀ ਦੇ ਇਸ ਟਾਈਮ ਬਹੁਤ ਲੰਬੇ ਟਾਈਮ ਹੋ ਚੁੱਕੇ ਆ, ਲੋਕੀ ਬਹੁਤ ਪਰੇਸ਼ਾਨ। ਜਦ ਕਿ ਸਰਕਾਰ ਦੇ ਵਿੱਚ ਕਰ ਦਿੱਤੀ ਗਈ ਸੀ, ਦੁਬਾਰਾ ਹੁਣ ਫਿਰ ਕੱਟ ਕਿਉਂ ਚੱਲ ਰਿਹਾ? ਦੇਖੋ ਜਿਹੜੀ ਪਿਛਲੀ ਸਰਕਾਰ ਹੈ, ਅਗਰ ਉਹਨੇ ਕੋਈ ਸਰਪਲਸ ਕੀਤਾ ਸੀਗਾ ਤੇ 1947 ਤੋਂ ਲੈ ਕੇ ਹੁਣ ਤੱਕ ਜਿਹੜੀ ਉਹਨਾਂ ਦੀ ਹਾਲਤ ਹੈ ਬੁਰੀ, ਇਦਾਂ ਦੀ ਹਾਲਤ ਨਾ ਹੁੰਦੀ। ਦੂਸਰੀ ਗੱਲ ਹੈ ਕਿ ਜਿਹੜੀ ਬਿਜਲੀ ਦਾ ਇਸ਼ੂ ਹੈ, ਡਿਮਾਂਡ ਐਂਡ ਸਪਲਾਈ ਦਾ ਫਰਕ ਆ ਗਿਆ। ਪੈਡੀ ਸੀਜ਼ਨ ਚੱਲ ਰਿਹਾ ਹੈ, ਕਿਸਾਨਾਂ ਨੂੰ ਬਿਜਲੀ ਦੀ ਲੋੜ ਹੈ। ਬਟ ਇੱਕ ਮੈਂ ਕੱਲ ਲੈਟਰ ਲਿਖੀ ਸੀ ਸਾਡੇ ਚੇਅਰਮੈਨ ਸਾਹਿਬ ਨੂੰ, ਜਿਹੜੇ ਬਿਜਲੀ ਬੋਰਡ ਦੇ ਨੇ, ਤੇ ਪਲੱਸ ਸਾਡੇ ਚੀਫ ਇੰਜੀਨੀਅਰ ਨੂੰ, ਮੇਰੀ ਗੱਲ ਮੰਨ ਲਈ ਗਈ। ਹੁਣ ਜਿਹੜੇ ਸਾਡੇ ਰੈਜ਼ੀਡੈਂਸ਼ੀਅਲ ਹੈ, ਘਰਾਂ ਦੇ ਜਿਹੜੇ ਕੱਟ ਹੈ, ਉਹ ਅਸੀਂ ਘਟਾ ਰਹੇ ਹਾਂ। ਜਿਹੜਾ ਇੰਡਸਟਰੀ ਅਸੀਂ ਤਿੰਨ ਮਨਮਜ ਤੁਹਾਡੇ ਵੱਲੋਂ ਜਿੱਥੇ ਕੱਟ ਕੀਤਾ ਗਿਆ ਵਾ, ਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਸ ਚੀਜ਼ ਨੂੰ ਲੈ ਕੇ ਕੀਤਾ ਜਾ ਰਿਹਾ? ਇਹ ਜਿਹੜਾ ਰੋਸ ਪ੍ਰਦਰਸ਼ਨ ਸਾਡੇ ਬਲਾਕ ਪੱਧਰ ਤੇ ਆ, ਸਾਡੇ ਬਲਾਕ ਪ੍ਰਧਾਨ ਪਤੰਜਲੀ ਸ਼ਰਮਾ ਜੀ ਤੇ ਮੈਂ ਸੁਰਿੰਦਰ ਕੌਰ ਜੀ, ਸਾਡੇ ਵੱਲੋਂ ਕੀਤਾ ਗਿਆ ਇਹ ਰੋਸ ਪ੍ਰਦਰਸ਼ਨ ਕੀਤਾ ਆ ਤੇਲ ਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਖਿਲਾਫ, ਜਿਹੜੀਆਂ ਕਿ ਬਿਨਾਂ ਲਗਾਮ ਤੋਂ ਵਧਦੀਆਂ ਜਾ ਰਹੀਆਂ। ਇਹਦੇ ਨਾਲ ਜਨਤਾ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਆ। ਉਸ ਕਰਕੇ ਅਸੀਂ ਅੱਜ ਜਗ੍ਹਾ ਜਗ੍ਹਾ ਤੇ ਰੋਸ ਪ੍ਰਦਰਸ਼ਨ ਕੀਤਾ। ਤੇ ਮੈਨੂੰ ਜੇ ਦੇਖਿਆ ਜਾਵੇ, ਮੌਜੂਦਾ ਪੰਜਾਬ ਸਰਕਾਰ ਤੁਹਾਡੀ ਹੋਵੇ ਔਰ ਤੁਹਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਵਾ, ਕਿਉਂ ਤੁਹਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰੋਸ ਰਿਹਾ? ਪ੍ਰਦਰਸ਼ਨ ਤਾਂ ਕਹਿ ਰਿਹਾ ਕਿ ਸੈਂਟਰ ਸਰਕਾਰ ਇਹ ਸਾਰਾ ਜਿਹੜਾ ਮਹਿੰਗਾਈ ਸਭ ਸੈਂਟਰ ਸਰਕਾਰ ਤੋਂ ਵੱਧ ਰਹੀ ਹੈ। ਤੇ ਮੈਮ ਜੇ ਦੇਖਿਆ ਜਾਵੇ ਤੇ ਜਿੱਦਾਂ ਪੈਟਰੋਲ ਔਰ ਡੀਜ਼ਲ ਦੇ ਵਿੱਚ ਸੈਂਟਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਦਾ ਵੀ ਕਾਫੀ ਭਾਰੀ ਟੈਕਸ ਹੋਗਾ। ਜੇ ਕਿ ਆਪਣੀ ਪੰਜਾਬ ਸਰਕਾਰ ਟੈਕਸ ਛੱਡ ਦੇਵੇ ਪੈਟਰੋਲ ਡੀਜ਼ਲ ਦੇ ਉੱਤੇ, ਤਾਂ ਵੀ ਪੈਟਰੋਲ ਡੀਜ਼ਲ ਕਾਫੀ ਥੱਲੇ ਆ ਸਕਦਾ। ਅਗਰ ਪੰਜਾਬ ਵਾਸੀਆਂ ਨੂੰ ਰਾਹਤ ਦੇਣਾ ਚਾਹਵੇ ਪੰਜਾਬ ਸਰਕਾਰ, ਤਾਂ ਆਪਣਾ ਟੈਕਸ ਛੱਡ ਸਕਦੀ। ਕਿਉਂ ਨਹੀਂ ਛੱਡ ਰਹੀ ਪੰਜਾਬ ਸਰਕਾਰ ਟੈਕਸ? ਪੰਜਾਬ ਸਰਕਾਰ ਟੈਕਸ ਜੇ ਇਹਦੇ ਨਾਲ ਹੱਲ ਹੋ ਜਾਂਦਾ ਹੁੰਦਾ ਤਾਂ ਕਦੋਂ ਤੱਕ ਕਰ ਦੇਣਾ ਸੀ ਕੈਪਟਨ ਸਾਹਿਬ ਨੇ। ਪਰ ਇਕੱਲੇ ਟੈਕਸ ਛੱਡਣ ਨਾਲ ਕੋਈ ਹੱਲ ਨਹੀਂ ਹੋਣਾ। ਜਦ ਤੱਕ ਮੋਦੀ ਸਰਕਾਰ ਹੋਊਗੀ ਤੇ ਵੈਰੀ ਬੀਜੇਪੀ ਸਰਕਾਰ ਬੈਠੀ ਆ, ਉਹਨਾਂ ਚਿਰ ਕੋਈ ਹੱਲ ਨਹੀਂ ਹੋ ਸਕਦਾ। ਮੈਡਮ ਜੇਕਰ ਸਟੇਟ ਸਰਕਾਰ ਚਾਹਵੇ ਜੇ ਟੈਕਸ ਛੱਡੇ, ਤਾਂ ਸ਼ਾਇਦ ਸੈਂਟਰ ਸਰਕਾਰ ਨੂੰ ਵੀ ਕੁਝ ਸੂਝੇ ਤੇ ਅਸੀਂ ਵੀ ਟੈਕਸ ਛੱਡ ਦਈਏ। ਨਹੀਂ ਹੋ ਸਕਦਾ, ਇਹਦੀ ਬਾਰੇ ਗੱਲਬਾਤ ਹੋ ਚੁੱਕੀ ਹੈ। ਮੈਡਮ ਇੱਕ ਹੋਰ ਸਵਾਲ ਹੈ ਜੀ, ਹਰ ਬੰਦੇ ਦੀ ਜ਼ਰੂਰਤ ਜਿਹੜੀ ਅੱਜ ਦੇ ਦੌਰ ਦੇ ਵਿੱਚ ਲਾਈਟ ਹੈ। ਹਾਂਜੀ, ਬਿਜਲੀ ਦਿਹਾੜੀ ਦੇ ਵਿੱਚ 14 ਵਾਰੀ ਜਾਂਦੀ ਹੈ, 7 ਵਾਰੀ ਆਉਂਦੀ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਬਿਜਲੀ ਬਹੁਤ ਜ਼ਿਆਦਾ ਜ਼ਰੂਰੀ ਆ, ਪਰ ਇਸ ਵੇਲੇ ਬਿਜਲੀ ਦੀ ਕਾਫੀ ਪੈਦਾਵਾਰ ਕੀਤੀ ਜਾ ਰਹੀ ਹੈ। ਕੈਪਟਨ ਸਰਕਾਰ ਵੱਲੋਂ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਆ, ਪਰ ਹੁਣ ਜਿਹੜੀ ਜ਼ਿਆਦਾ ਪਾਵਰ ਹੋ ਗਈ ਆ ਉਹਦੇ ਕਰਕੇ ਥੋੜਾ ਟਾਈਮ ਲੱਗੂਗਾ। ਇੱਕ ਪਾਸੇ ਤਾਂ ਉਹ ਵਾਅਦੇ ਕਰ ਰਹੇ ਨੇ ਕਿ ਅਸੀਂ 24 ਘੰਟੇ ਬਿਜਲੀ ਸਪਲਾਈ ਦੇਵਾਂਗੇ, ਬਿਜਲੀ ਦੇ ਬਿੱਲ ਭਾਰੀ ਭਰਕਮ ਆ ਰਹੇ ਨੇ, 10 ਰੁਪਏ ਪਲੱਸ ਯੂਨਿਟ ਜਾ ਰਹੇ ਆ, ਬਾਵਜੂਦ ਉਸ ਦੇ ਕੋਲ ਲੋਕੀ ਨਾ ਗਰਮੀ ਦੇ ਹਾਲਾਤ ਪੰਜਾਬ ਦੇ ਵਿੱਚ ਜਿਹੜੀ ਕਿ ਬਿਜਲੀ ਪੂਰੀ ਨਹੀਂ ਕੀਤੀ ਜਾਣੀ, ਬਾਹਰਲੇ ਜਿਹੜੇ ਕਿ ਨਾਲ ਦੇ ਲੱਗਦੇ ਸ਼ਹਿਰ ਆ, ਤੋਂ ਉਹਨਾਂ ਨੂੰ ਬਿਜਲੀ ਵੇਚੀ ਜਾ ਰਹੀ ਹੈ। ਸਰਕਾਰ ਜਿਹੜੀ ਪੰਜਾਬ ਸਰਕਾਰ ਆ ਉਹਦੇ ਪੂਰਾ ਇੰਤਜ਼ਾਮ ਹੋ ਰਿਹਾ ਬਿਜਲੀ ਦਾ, ਉਹਨੇ ਆਪਣਾ ਪੂਰਾ ਜ਼ੋਰ ਲਾਇਆ, ਪਰ ਕਿਸੇ ਵੀ ਚੀਜ਼ ਨੂੰ ਟਾਈਮ ਲੱਗਦਾ ਹੈ। ਇੱਕ ਮੈਡਮ ਪੰਜਾਬ ਸਰਕਾਰ ਜੋ ਕਿ ਬਿਜਲੀ ਇੱਥੋਂ ਹਰਿਆਣੇ ਨੂੰ ਦੇ ਰਹੀ ਆ, ਪਰ ਹਰਿਆਣੇ 'ਚ ਪੰਜਾਬ ਨਾਲੋਂ ਸਸਤੀ ਬਿਜਲੀ ਆ, ਪੰਜਾਬ 'ਚ ਮਹਿੰਗੀ ਆ। ਇਹਦਾ ਕੀ ਕਾਰਨ ਹੈ? ਇਹਦਾ ਮਤਲਬ ਟੈਕਸ ਸਾਡਾ ਹਰ ਪਾਸੇ ਜ਼ਿਆਦਾ ਪੰਜਾਬ ਸਰਕਾਰ ਲੈ ਰਹੀ ਆ। ਨਹੀਂ, ਕੈਪਟਨ ਸਰਕਾਰ ਦੇ ਉਪਰਾਲਾ ਇਹੀ ਹੈ ਕਿ ਸਾਰੀ ਜਨਤਾ ਖੁਸ਼ ਰਵੇ, ਪਰ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ। ਮੈਡਮ ਖੁਸ਼ ਰਵੇ ਠੀਕ ਹੈ, ਹਰਿਆਣਾ ਸਰਕਾਰ ਨੂੰ ਪੰਜਾਬ ਬਿਜਲੀ ਦੇ ਰਿਹਾ, ਪਰ ਉੱਥੇ ਯੂਨਿਟ ਦਾ ਰੇਟ 4 ਰੁਪਏ 5 ਰੁਪਏ, ਔਰ ਇੱਥੇ 10 ਰੁਪਏ 12 ਰੁਪਏ ਯੂਨਿਟ ਦਾ ਰੇਟ। ਇਹਦਾ ਕੀ ਕਾਰਨ ਹੈ? ਇਹਦਾ ਮਤਲਬ ਕਿਉਂ ਇੱਥੋਂ ਪੈਦਾਵਾਰ ਹੋਵੇ? ਬਿਜਲੀ ਵੱਧ ਸੀ ਤਾਂ ਉੱਧਰ ਜਾ ਰਹੀ ਹੈ। ਹੁਣ ਇਸ ਵੇਲੇ ਤੰਗੀ ਆ, ਪਰ ਇਸ ਵੇਲੇ ਬਿਜਲੀ ਨਹੀਂ ਜਾ ਰਹੀ ਹਰਿਆਣਾ ਸਰਕਾਰ ਨੂੰ। ਮੈਡਮ ਹਰਿਆਣਾ 'ਚ ਤਾਂ ਅੱਜ ਵੀ ਬਿਜਲੀ ਨਹੀਂ ਸਰ।